ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਤ ਸੰਗਤ ਜੀਓ, ਸੰਗਤ ਰੂਪ ਦੇ ਵੀ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਸੂਹੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦੀ ਬਾਣੀ। ਸੂਹੀ ਮਹੱਲਾ ਪੰਜਵਾਂ। ਰਹੋ ਪੰਕਤੀਆਂ ਨੇ। ਮੇਰੇ ਸਾਹਿਬ ਤੂੰ ਮੈਂ ਮਾਣ ਨਿਮਾਣੀ, ਅਰਦਾਸ ਕਰੀ ਪ੍ਰਭ ਆਪਣੇ ਆਗੈ, ਸੁਣ ਸੁਣ ਜੀਵਾਂ ਤੇਰੀ ਬਾਣੀ। ਹੇ ਮੇਰੇ ਸਾਹਿਬ, ਮੈਂ ਮਾਣ ਨਿਮਾਣੀ ਹਾਂ, ਤੂੰ ਮੇਰਾ ਸਾਹਿਬ ਹੈ, ਤੂੰ ਮੇਰਾ ਮਾਣ ਹੈ, ਮੈਂ ਮਾਣ ਨਿਮਾਣੀ ਹਾਂ। ਅਰਦਾਸ ਕਰੀ ਪ੍ਰਭ ਆਪਣੇ ਆਗੈ। ਹੇ ਪ੍ਰਭੂ, ਮੈਂ ਤੇਰੇ ਅੱਗੇ ਅਰਦਾਸ ਕਰਦੇ ਹਾਂ, ਸੁਣ ਸੁਣ ਜੀਵਾਂ ਤੇਰੀ ਬਾਣੀ। ਮੇਰਾ ਜੀਵਨ ਹੀ ਤੇਰੀ ਬਾਣੀ ਨੂੰ ਸੁਣ ਸੁਣ ਕੇ ਬਣ ਜਾਵੇ। ਜੀਵਨ ਹੀ ਤੇਰੀ ਬਾਣੀ ਸੁਣ ਸੁਣ ਕੇ ਮੈਂ ਜੀਵਾਂ, ਇਹੀ ਮੇਰੀ ਬੇਨਤੀ ਹੈ। ਕਿਉਂਕਿ ਮੇਰੇ ਕੋਲ ਆਪਣਾ ਕੋਈ ਮਾਣ ਨਹੀਂ ਹੈ, ਮੈਂ ਨਿਮਾਣੀ ਹਾਂ, ਤੂੰ ਮੇਰਾ ਸਾਹਿਬ ਹੈ। ਜਿਵੇਂ ਸੰਸਾਰ ਦੇ ਵਿੱਚ ਵਿਚਰਦੇ ਹਾਂ, ਕੋਈ ਜੀਵ ਕੋਈ ਸਾਹਿਬ ਹੁੰਦਾ ਹੈ, ਕੋਈ ਉਸ ਦਾ ਸੇਵਕ ਹੁੰਦਾ ਹੈ, ਚਾਕਰ ਹੁੰਦਾ ਹੈ, ਜਾਂ ਕੋਈ ਇਨਸਾਨ ਹੈ, ਉਸ ਦੀ ਪਤਨੀ ਹੈ, ਉਸ ਦੇ ਬਚਨਾਂ ਨੂੰ ਸੁਣ ਕੇ ਮੰਨਦੀ ਹੈ, ਚੱਲਦੀ ਹੈ। ਏਦਾਂ ਹੀ ਪਰਮੇਸ਼ਰ ਸਾਡਾ ਸਾਹਿਬ ਹੈ। ਉਸ ਦੀ ਬਾਣੀ ਕੀ ਹੈ? ਕਿਉਂਕਿ ਬਾਣੀ ਜਿਹੜੀ ਹੈ ਆਪ ਪਰਮੇਸ਼ਰ ਆਪਣੇ ਜਨਾਂ ਦੁਆਰਾ ਬੋਲਦਾ ਹੈ। ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿੱਚ ਬਾਣੀ ਹੈ, ਇਹ ਸਾਰੀ ਆਪ ਪਰਮੇਸ਼ਰ ਨੇ ਆਪਣੇ ਭਗਤਾਂ ਸੰਤਾਂ ਦੇ ਮੂੰਹੋਂ ਕਢਾਈ ਹੈ। ਉਸ ਪਰਮੇਸ਼ਰ ਦੇ ਵੱਲੋਂ ਆਈ ਬਾਣੀ ਹੈ। ਪਰ ਇਹ ਬਾਣੀ ਬੋਲਣ ਵਿੱਚ ਹੈ, ਪੜ੍ਹਨ ਵਿੱਚ ਹੈ, ਲਿਖਣ ਵਿੱਚ ਹੈ। ਤੇ ਫਿਰ ਉਹ ਬਾਣੀ ਇੱਕ ਹੈ ਜਿਹੜਾ ਪਰਮੇਸ਼ਰ ਸਿਰਫ ਆਪਣੇ ਜਨਾਂ ਦੀ ਰਸਨਾ ਤੋਂ ਬੈਠ ਕੇ ਸਾਨੂੰ ਧਿਆਨ ਮਾਰਗ ਸਮਝਾਉਂਦਾ ਹੈ। ਉਸ ਬਾਣੀ ਨੂੰ ਉਸ ਪਰਮੇਸ਼ਰ ਦੀ ਬਾਣੀ ਕਿਹਾ ਜਦੋਂ ਆਪ ਬੁਲਾਉਂਦਾ ਹੈ। ਜਿਉਂ ਬੁਲਾਏ ਤਿਉਂ ਬੋਲੀਐ, ਜਾਂ ਆਪ ਬੁਲਾਏ ਸੋਏ। ਉਹ ਜਦੋਂ ਗਿਆਨ ਦਿੰਦਾ ਹੈ, ਗਿਆਨ ਦਾ ਅੰਜਨ ਹੈ। ਉਸ ਬਾਣੀ ਨੂੰ ਪ੍ਰਭੂ ਦੀ ਬਾਣੀ ਕਿਹਾ, ਸਤਿਗੁਰ ਦੀ ਬਾਣੀ ਕਿਹਾ ਹੈ। ਕਿਉਂਕਿ ਸਾਧੂ ਜਨਾਂ ਦੀ ਰਸਨਾ ਤੋਂ, ਸੰਤ ਜਨਾਂ ਦੇ ਰਸਨਾ ਤੋਂ ਆਪ ਬੋਲਦਾ ਹੈ। ਕਿਉਂਕਿ ਬਹੁਤ ਸਾਰੇ ਜੀਵ ਇੱਕ ਸਾਨੂੰ ਆਵਾਜ਼ ਸੁਣਨੀ ਸ਼ੁਰੂ ਹੋ ਜਾਂਦੀ ਹੈ, ਕੰਨਾਂ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਫਿਰ ਇੱਕ ਲਗਾਤਾਰ ਇੱਕ ਆਵਾਜ਼ ਸੁਣਨੀ ਸ਼ੁਰੂ ਹੋ ਜਾਂਦੀ ਹੈ, ਤੇ ਉਸ ਇੱਕ ਧੁਨ ਦੀ ਤਰ੍ਹਾਂ ਹੁੰਦੀ ਹੈ। ਉਸ ਨੂੰ ਹੀ ਜੀਵ ਕਈ ਵਾਰੀ ਪਰਮੇਸ਼ਰ ਦੀ ਬਾਣੀ ਸਮਝ ਲੈਂਦੇ ਨੇ, ਅਨਹਦ ਬਾਣੀ ਸਮਝ ਲੈਂਦੇ ਹਨ। ਤੇਰਾ ਮੁਖ ਸੁਹਾਵਾ ਜੀਓ ਸਹਿਜ ਧੁਨ ਬਾਣੀ। ਉਹ ਪਰਮੇਸ਼ਰ ਆਪਣੇ ਜਨਾਂ ਦੇ ਰਸਨਾ ਤੋਂ ਬੈਠ ਕੇ ਬੋਲਦਾ ਹੈ। ਉਹ ਪ੍ਰਭੂ ਦਾ ਗਿਆਨ ਪ੍ਰਾਪਤ ਕਰਨਾ ਹੁੰਦਾ ਹੈ, ਲੇਕਿਨ ਉਸ ਨੂੰ ਹੀ ਫਿਰ ਜਿਹੜੀ ਕੰਨਾਂ 'ਚ ਸੁਣਦੀ ਧੁਨ ਹੈ, ਉਸੇ ਨੂੰ ਹੀ ਪਰਮੇਸ਼ਰ ਦੇ ਮੁਖ ਦੀ ਬਾਣੀ ਸਮਝ ਲੈਂਦੇ ਹਨ। ਇਸ ਕਰਕੇ ਇੱਥੇ ਆਪਾਂ ਸਮਝਾਂਗੇ,
ਤੁਧ ਚਿਤ ਆਏ ਮਹਾ ਆਨੰਦਾ, ਜਿਸ ਵਿਸਰੈ ਸੋ ਮਰ ਜਾਏ। ਹੁਣ ਪ੍ਰਭੂ ਜਿਹਦੇ ਚਿੱਤ ਦੇ ਵਿੱਚ ਵਸ ਜਾਂਦਾ ਹੈ, ਜਿਹਦੇ ਹਿਰਦੇ 'ਚ ਪ੍ਰਗਟ ਹੋ ਜਾਂਦਾ ਹੈ, ਉਹ ਫਿਰ ਸਦਾ ਆਨੰਦ ਦੇ ਵਿੱਚ ਹੈ। ਆਨੰਦ ਵੀ ਕੈਸਾ? ਮਹਾ ਆਨੰਦ। ਤੁਧ ਚਿਤ ਆਏ ਮਹਾ ਆਨੰਦਾ, ਜਿਸ ਵਿਸਰੈ ਸੋ ਮਰ ਜਾਏ। ਜਿਸ ਤੋਂ ਵਿਸਰਦਾ ਹੈ ਉਹ ਫਿਰ ਮ੍ਰਿਤਿੂ ਹੈ। ਕਿਉਂਕਿ ਜਦੋਂ ਵਿਸਰ ਜਾਂਦਾ ਹੈ ਜਿਹੜਾ ਸਾਡਾ ਮਨ ਹੈ, ਉਹ ਜਿਹੜਾ ਮੁੱਖ ਅਸੀਂ ਮਨ ਪ੍ਰਕਾਸ਼ ਰੂਪ ਹੁੰਦਾ, ਉਹ ਪ੍ਰਕਾਸ਼ ਤੋਂ ਅਸਥੂਲ ਹੋ ਜਾਂਦਾ ਹੈ ਤੇ ਉਹ ਅਸਲੀ ਰੂਪ ਤੋਂ ਫਿਰ ਨਕਲੀ ਰੂਪ 'ਚ ਆ ਜਾਂਦਾ ਹੈ। ਫਿਰ ਖਾਲਸ ਰੂਪ ਤੋਂ ਨਖਾਲਸ ਰੂਪ ਆ ਜਾਂਦਾ ਹੈ। ਨਖਾਲਸ ਹੋ ਜਾਂਦਾ, ਖਾਲਸ ਰੂਪ ਦੀ ਮੌਤ ਹੋ ਜਾਂਦੀ ਹੈ। ਨਖਾਲਸ ਦੀ ਮੌਤ ਹੋ ਜਾਂਦੀ ਤੇ ਖਾਲਸ ਰੂਪ ਪ੍ਰਗਟ ਹੋ ਜਾਂਦਾ ਹੈ। ਜਿਨ੍ਹਾਂ ਦੇ ਹਿਰਦੇ 'ਚ ਵਸ ਜਾਂਦਾ ਹੈ, ਕਦੋਂ ਵਸਦਾ? ਜਦੋਂ ਸਾਡਾ ਮਨ ਪ੍ਰਕਾਸ਼ ਰੂਪ ਹੋ ਜਾਂਦਾ ਹੈ, ਜਿੱਥੇ ਫਿਰ ਆਨੰਦ ਹੈ। ਜਿਹਨੂੰ ਵਿਸਰਦਾ ਹੈ, ਵਿਸਰਦਾ ਕਦੋਂ ਹੈ? ਜਦੋਂ ਜੀਵ ਕੋਈ ਗਲਤੀ ਕਰਦਾ ਹੈ ਤੇ ਫਿਰ ਉਸਦੀ ਉਹ ਸਥੂਲ ਰੂਪ ਹੋ ਜਾਂਦਾ ਹੈ, ਉਸਦਾ ਮੁਖ ਤੇ ਕਾਲਖ ਆ ਜਾਂਦੀ ਹੈ ਤੇ ਉਸਨੂੰ ਕਹਿ ਦਿੱਤਾ ਫਿਰ ਮਰ ਜਾਏ। ਦਿਆਲ ਹੋਵੇ ਜਿਸ ਉਪਰ ਕਰਤੇ, ਸੋ ਤੁਧ ਸਦਾ ਤਿਹਾਏ। ਪਰ ਜਿਸ ਦੇ ਉੱਤੇ ਆਪ ਪ੍ਰਭੂ ਕਿਰਪਾ ਕਰਦਾ ਹੈ, ਦਿਆਲੂ ਹੁੰਦਾ ਹੈ, ਦਇਆ ਕਰਦਾ ਹੈ, ਉਹ ਫਿਰ ਪਰਮੇਸ਼ਰ ਨੂੰ ਸਦਾ ਹੀ ਧਿਆਉਂਦਾ ਹੈ, ਉਸ ਤੋਂ ਵਿਸਰਦਾ ਨਹੀਂ ਹੈ, ਉਹਦੇ ਚਿੱਤ ਵਿੱਚ ਪ੍ਰਗਟ ਰਹਿੰਦਾ ਹੈ ਸਦਾ। ਉਸਦੇ ਵਾਸਤੇ ਇੱਥੇ ਦੂਜਾ ਨਹੀਂ ਕੋਈ ਹੈ। ਉਸ ਦੇ ਦੋ ਰੂਪ ਹਨ, ਇੱਕ ਨਿਰਗੁਣ ਤੇ ਇੱਕ ਸਰਗੁਣ। ਚਰਨ ਧੂੜ ਤੇਰੇ ਜਨ ਕੀ ਹੋਵਾਂ, ਤੇਰੇ ਦਰਸ਼ਨ ਕੋ ਬਲ ਜਾਈ। ਤੇਰੇ ਜਿਹੜੇ ਜਨ ਨੇ ਉਹਨਾਂ ਦੀ ਚਰਨ ਧੂੜ ਹੋ ਜਾਵਾਂ। ਚਰਨ ਧੂੜ ਕੀ ਹੈ? ਕਿ ਉਹਨਾਂ ਦੇ ਬਚਨਾਂ ਨੂੰ ਸੁਣਾ ਤੇ ਉਹਨਾਂ ਦੇ ਬਚਨਾਂ ਨੂੰ ਸੁਣ ਕੇ ਤੇਰੇ ਦਰਸ਼ਨ ਤੋਂ ਬਲਿਹਾਰੇ ਜਾਵਾਂ, ਕਿਉਂਕਿ ਉਹਦੇ ਜਨਾਂ ਦੁਆਰਾ ਆਪ ਗਿਆਨ ਦਿੰਦਾ ਹੈ। ਤੇਰੇ ਦਰਸ਼ਨ ਕੋ ਬਲ ਜਾਈ। हे ਪ੍ਰਭੂ, ਤੇਰੇ ਜਿਹੜੇ ਜਨ ਨੇ ਉਹਨਾਂ ਦੇ ਚਰਨਾਂ ਦੀ ਧੂੜੀ ਭਾਵ ਉਹਨਾਂ ਦੇ ਬਚਨਾਂ ਦਾ ਗਿਆਨ ਪ੍ਰਾਪਤ ਕਰਾਂ ਤੇ ਫਿਰ ਤੇਰੇ ਦਰਸ਼ਨ ਤੋਂ ਬਲਿਹਾਰੇ ਜਾਵਾਂ। ਅੰਮ੍ਰਿਤ ਬਚਨ ਹਿਰਦੈ ਉਰਤਾਰੀ, ਤੋ ਕਿਰਪਾ ਤੇ ਸੰਗ ਪਾਈ। ਉਹਨਾਂ ਦੇ ਜਿਹੜੇ ਬਚਨ ਨੇ ਉਹ ਅੰਮ੍ਰਿਤ ਬਚਨ, ਕਿਉਂਕਿ ਸੰਤਾਂ ਸਾਧੂਆਂ ਦੇ ਜਿਹੜੇ ਬਚਨ ਨੇ ਉਹਨਾਂ ਨੂੰ ਅੰਮ੍ਰਿਤ ਬਚਨ ਕਿਹਾ, ਅੰਮ੍ਰਿਤ ਬਾਣੀ ਕਿਹਾ। ਅੰਮ੍ਰਿਤ ਬਚਨ ਸਾਧ ਕੀ ਬਾਣੀ, ਉੱਤਮ ਸ਼ਲੋਕ ਸਾਧ ਕੇ ਬਚਨ, ਅਮਲੀਕ ਲਾਲ ਇਹ ਰਤਨ। ਉਹਨਾਂ ਬਚਨਾਂ ਨੂੰ ਜਿਹੜੇ ਸਾਧੂ ਜਨਾਂ ਤੋਂ ਦੀ ਰਸਨਾ ਤੋਂ ਬੈਠ ਕੇ ਤੂੰ ਆਪਣੇ ਬਚਨ ਦਿੰਦਾ ਹੈ, ਉਹਨਾਂ ਨੂੰ ਮੈਂ ਹਿਰਦੇ 'ਚ ਧਾਰਾਂ। ਤੇਰੀ ਕਿਰਪਾ ਦੇ ਨਾਲ ਸੰਗ ਪ੍ਰਾਪਤ ਹੋਵੇ। ਪਹਿਲਾਂ ਤੇਰੇ ਜਨਾਂ ਦਾ ਸੰਗ, ਫਿਰ हे ਪ੍ਰਭੂ ਤੇਰਾ ਸੰਗ ਪ੍ਰਾਪਤ ਹੋ ਜਾਵੇ, ਕਿਉਂਕਿ ਫਿਰ ਹੀ ਦਰਸ਼ਨ ਕਰ ਸਕਦੇ ਜਦੋਂ ਸਾਡਾ ਪ੍ਰਗਟ ਹੋ ਜਾਏਗਾ, ਜਦੋਂ ਸਦਾ ਹੀ ਸਾਡੇ ਅੰਗ ਸੰਗ ਹੋ ਜਾਂਦਾ ਹੈ, ਜਿਸਨੂੰ ਆਪਾਂ ਪੜ੍ਹਦੇ ਵੀ ਹਾਂ, ਸਦਾ ਅੰਗ ਸੰਗੇ ਅਪੰਗੰ ਬੇਭੂਤੇ। ਅੰਤਰ ਕੀ ਗਤ ਤੁਧ ਪੈਸਾਰੀ, ਤੁਧ ਜੇਵੜ ਅਵਰ ਨਾ ਕੋਈ। ਕਿ ਅੰਤਰ ਦੀ ਜਿਹੜੀ ਗਤ ਹੈ ਉਹ ਸਾਰੀ ਤੂੰ ਜਾਣਦਾ ਹੈ, ਤੇ ਤੂੰ ਕੁਛ ਲੁਕਿਆ ਨਹੀਂ ਹੈ। ਚਾਹੇ ਸਾਡਾ ਅੰਦਰ ਮੈਲ ਹੈ, ਚਾਹੇ ਸਾਡੇ ਅੰਦਰ ਪਾਪ ਹੈ, ਚਾਹੇ ਸਾਡਾ ਮਨ ਨਿਰਮਲ ਹੈ, ਚਾਹੇ ਸਾਡਾ ਹਿਰਦਾ ਨਿਰਮਲ ਹੈ, ਚਾਹੇ ਸਾਡੇ ਹਿਰਦੇ 'ਚ ਕਪਟ ਹੈ, ਉਹ ਜਾਣਦਾ ਹੈ। ਇਸ ਕਰਕੇ ਉਸ ਤੋਂ ਕੁਛ ਲੁਕਾਇਆ ਨਹੀਂ ਜਾ ਸਕਦਾ। ਤੁਧ ਜੇਵੜ ਅਵਰ ਨਾ ਕੋਈ। ਤੇ ਜਦੋਂ ਗਿਆਨ ਹੋ ਜਾਂਦਾ ਉਸ ਪ੍ਰਭੂ ਦਾ, ਅੰਦਰ ਦਾ ਭੇਤ ਆ ਜਾਂਦਾ ਹੈ, ਫਿਰ ਸਾਨੂੰ ਸੋਝੀ ਆ ਜਾਂਦੀ ਹੈ ਕਿ ਦੂਜਾ ਉਸ ਵਰਗਾ ਕੋਈ ਨਹੀਂ ਹੈ, ਕਿਉਂਕਿ ਉਸੇ ਤੋਂ ਸਾਰਾ ਸੰਸਾਰ ਪ੍ਰਗਟ ਹੋਇਆ ਹੈ, ਉਸੇ ਦੀ ਰਚਨਾ ਹੈ। ਇਸ ਕਰਕੇ ਉਹਦੇ ਵਰਗਾ ਦੂਜਾ ਨਹੀਂ ਹੈ, ਕਿਉਂਕਿ ਉਹ ਕਰਤਾ ਪੁਰਖ ਹੈ, ਉਹ ਰਚਨਹਾਰ ਹੈ, ਉਹ ਸਿਰਜਣਹਾਰ ਹੈ।
जिसनों लाए लाए सो लागै भगत तुहारा सोई। हे प्रभु, जिसनों तू अपनी भगती च लाउंदा है ਉਹੀ ਫਿਰ ਤੇਰੀ ਭਗਤੀ ਚ ਲੱਗ ਸਕਦਾ ਹੈ, ਉਹੀ ਤੇਰਾ ਭਗਤ ਹੈ। ਕਿਉਂਕਿ ਜੇ ਆਪਣਾ ਜੀਵ ਆਪਣੀ ਮਤ ਦੁਆਰਾ ਭਗਤੀ ਕਰਦਾ ਹੈ ਫਿਰ ਪ੍ਰਭੂ ਦੀ ਭਗਤੀ ਨਹੀਂ ਕਰਦਾ। ਪ੍ਰਭੂ ਦੀ ਭਗਤੀ, ਪਰਮੇਸ਼ਰ ਦੀ ਭਗਤੀ ਤਾਂ ਹੀ ਹੁੰਦੀ ਹੈ ਜੇ ਅਸੀਂ ਉਸ ਨੂੰ ਪਾਉਂਦੇ ਹਾਂ। ਜੇ ਉਸ ਨੂੰ ਪਾਉਂਦੇ ਹਾਂ ਫਿਰ ਹੀ ਉਸ ਦੀ ਭਗਤੀ ਕੀਤੀ ਜਾਂਦੀ ਹੈ, ਫਿਰ ਹੀ ਸਾਨੂੰ ਗਾਵੇ ਦਾ ਫਲ ਪ੍ਰਾਪਤ ਹੁੰਦਾ ਹੈ। ਜਾ ਤਿਸ ਭਾਵਾਂ ਤਦ ਹੀ ਗਾਵਾਂ, ਤਾਂ ਗਾਵੇ ਕਾ ਫਲ ਪਾਵਾਂ। ਫਿਰ ਵੀ ਗਾਵੇ ਦਾ ਫਲ ਪੈਂਦਾ ਹੈ। ਜੇ ਉਸਨੂੰ ਪਾਉਂਦੇ ਫਿਰ ਉਸਨੂੰ ਗਾਉਂਦੇ ਫਿਰ ਉਸ ਗਾਵੇ ਦਾ ਫਲ ਪੈਂਦਾ ਹੈ। ਗਾਵੇ ਕਾ ਫਲ ਹੋਈ ਜਾਂ ਆਪੇ ਦੇਵੈ ਸੋਈ। ਫਿਰ ਗਾਵੇ ਦਾ ਫਲ ਹੁੰਦਾ ਜਦੋਂ ਆਪ ਪ੍ਰਭੂ ਕਿਰਪਾ ਕਰਦਾ, ਬਖਸ਼ਿਸ਼ ਕਰਦਾ ਹੈ, ਉਹੀ ਫਿਰ ਉਸ ਦਾ ਭਗਤ ਹੈ। ਭਗਤੀ ਬੜੀ ਦੁਨੀਆ ਕਰਦੀ ਹੈ, ਪਰ ਪ੍ਰਭੂ ਦਾ ਭਗਤ ਉਹ ਹੈ ਜਿਸ ਨੂੰ ਪ੍ਰਭੂ ਆਪ ਆਪਣੀ ਭਗਤੀ ਦੇ ਵਿੱਚ ਲਾਉਂਦਾ ਹੈ, ਜਿਸ ਤੋਂ ਆਪ ਆਪਣੀ ਭਗਤੀ ਕਰਵਾਉਂਦਾ ਹੈ। ਦੋਏ ਕਰ ਜੋੜ ਮੰਗੋ ਇੱਕ ਦਾਨਾ, ਸਾਹਿਬ ਤੁਠੈ ਪਾਵਾ। ਹੁਣ ਉਸ ਪ੍ਰਭੂ ਦੀ ਭਗਤੀ ਕਰਨ ਦੇ ਵਾਸਤੇ ਉਸ ਪ੍ਰਭੂ ਤੋਂ ਮੰਗਣਾ ਪੈਂਦਾ ਹੈ। ਦੋਏ ਹੱਥ ਜੋੜ ਕੇ, ਦੋਏ ਕਰ ਜੋੜ ਮੰਗੋ ਇੱਕ ਦਾਨਾ, ਸਾਹਿਬ ਤੁਠੇ ਪਾਵਾ। ਕਹਿੰਦੇ ਦੋਏ ਹੱਥ ਜੋੜ ਕੇ, ਜਿਵੇਂ ਆਪਾਂ ਇੱਥੇ ਦੋ ਹੱਥ ਜੋੜ ਕੇ ਕਿਸੇ ਤੋਂ ਸੰਸਾਰ ਦੇ ਵਿੱਚ ਵਸਤੂ ਮੰਗਦੇ ਹਾਂ, ਲੇਕਿਨ ਪ੍ਰਭੂ ਦੇ ਅੱਗੇ ਸਾਨੂੰ ਆਪਣੀ ਦ੍ਰਿਸ਼ਟੀ ਸਮ ਕਰਨੀ ਪੈਂਦੀ ਹੈ। ਉਸ ਦਰ ਤੇ ਜਾਇਆ ਜਾਂਦਾ ਹੈ ਨੇਤਰ ਸੰਤੋਖ ਕੇ, ਸਮਦ੍ਰਿਸ਼ਟ ਹੋ ਕੇ। ਜਦੋਂ ਫਿਰ ਉੱਥੇ ਮੰਗਦੇ ਹਾਂ ਪ੍ਰਭੂ ਫਿਰ ਖੁਸ਼ ਹੁੰਦਾ ਹੈ। ਸਾਹਿਬ ਤੁਠੇ ਪਾਵਾ, ਸਾਹਿਬ ਖੁਸ਼ ਹੁੰਦਾ ਹੈ, ਫਿਰ ਪ੍ਰਾਪਤੀ ਹੁੰਦੀ ਹੈ। ਸਾਸ ਸਾਸ ਨਾਨਕ ਅਰਾਧੇ, ਆਠ ਪਹਿਰ ਗੁਣ ਗਾਵਾ। ਫਿਰ ਜੀਵ ਖੁਸ਼ ਹੁੰਦਾ ਪ੍ਰਭੂ, ਫਿਰ ਉਸ ਨੂੰ ਸਾਸ ਸਾਸ ਅਰਾਧਦਾ ਹੈ, ਫਿਰ ਅੱਠੇ ਪਹਿਰ ਉਸ ਪਰਮੇਸ਼ਰ ਦੇ ਗੁਣ ਗਾਉਂਦਾ ਹੈ। ਪਰ ਜਦੋਂ ਉਸ ਤੋਂ ਮੰਗਦੇ ਹਾਂ, ਕਿਉਂਕਿ ਭਗਤੀ ਤਾਂ ਹੀ ਜੀਵ ਕਰ ਸਕਦਾ ਜੋ ਸਾਨੂੰ ਬਖਸ਼ਿਸ਼ ਕਰੇਗਾ। ਜੇ ਭਗਤੀ ਬਖਸ਼ਿਸ਼ ਨਹੀਂ ਕਰਦਾ ਆਪਾਂ ਉਸ ਦੀ ਭਗਤੀ ਨਹੀਂ ਕਰ ਸਕਦੇ। ਜੇ ਸਾਨੂੰ ਗੁਣਾਂ ਦਾ ਖਜ਼ਾਨਾ ਬਖਸ਼ਿਸ਼ ਨਹੀਂ ਕਰਦਾ ਆਪਾਂ ਪਰਮੇਸ਼ਰ ਦੇ ਗੁਣ ਨਹੀਂ ਗਾ ਸਕਦੇ। ਅਗਲਾ ਸ਼ਬਦ ਸੂਹੀ ਮਹੱਲਾ ਪੰਜਵਾਂ। ਸੂਹੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ ਸ਼ਬਦ ਹੈ। ਰਹੋ ਪੰਕਤੀਆਂ ਨੇ। ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ। ਹੇ ਮੇਰੇ ਰਾਮ ਰਾਏ, ਤੂੰ ਆਪਣੇ ਸੰਤਾਂ ਦਾ ਹੈ ਤੇ ਸੰਤ ਤੇਰੇ ਹਨ। ਕਿਉਂਕਿ ਜਦ ਤੱਕ ਆਪਾਂ ਉਸਦੇ ਨਹੀਂ ਬਣਦੇ, ਉਹਦੇ ਜੋ ਲਾਇਕ ਨਹੀਂ ਬਣਦੇ, ਉਹਦੇ ਯੋਗ ਨਹੀਂ ਬਣਦੇ, ਉਨੀ ਦੇਰ ਉਹ ਸਾਡਾ ਵੀ ਨਹੀਂ ਬਣਦਾ। ਜਿਹਨੂੰ ਆਪਣਾ ਸੰਤ ਬਣਾਉਂਦਾ ਹੈ, ਆਪਣੇ ਯੋਗ ਬਣਾ ਲੈਂਦਾ ਹੈ, ਕਿਰਪਾ ਕਰਦਾ ਹੈ, ਜਿਸ ਨੂੰ ਸ਼ਰਧਾ ਲਾਉਂਦਾ ਹੈ, ਫਿਰ ਉਸਦਾ ਉਹ ਸੰਤ ਬਣ ਜਾਂਦਾ ਹੈ। ਫਿਰ ਉਹ ਸੰਤਾਂ ਦਾ ਹੁੰਦਾ ਤੇ ਸੰਤ ਉਸ ਪ੍ਰਭੂ ਦੇ ਹੁੰਦੇ ਹਨ। ਤੇਰੇ ਸੇਵਕ ਕੋ ਪਾਉ ਕਿਛ ਨਾਹੀ, ਜਮ ਨਹੀਂ ਆਵੇ ਨੇੜੇ। ਫਿਰ ਜਿਹੜੇ ਸੰਤ ਨੇ, ਜਿਹੜੇ ਪ੍ਰਭੂ ਦੇ ਸੰਤ ਨੇ, ਜਿਨ੍ਹਾਂ ਦਾ ਪ੍ਰਭੂ ਆਪ ਹੋ ਜਾਂਦਾ ਹੈ, ਉਹਨਾਂ ਨੂੰ ਫਿਰ ਡਰ ਖਤਮ ਹੋ ਜਾਂਦਾ ਹੈ। ਜਮ ਉਹਨਾਂ ਦੇ ਨੇੜੇ ਨਹੀਂ ਆਉਂਦੇ। ਇਹ ਨਹੀਂ ਕਿ ਉਹਨਾਂ ਨੂੰ ਸਰੀਰਕ ਮੌਤ ਨਹੀਂ ਆਉਣੀ, ਕਿਉਂਕਿ ਸਰੀਰਕ ਮੌਤ ਸਭ ਨੂੰ ਆਉਣੀ ਹੈ। ਕਿਉਂਕਿ ਜਿੰਨਾ ਸਮਾਂ ਦਿੱਤਾ ਹੈ ਗਿਣ ਕੇ ਦਿੱਤਾ ਹੈ। ਗਿਣ ਕਾਲੇ ਸਭ ਦਿਵਸਾਸ, ਨਾ ਬੜਨ ਘਟਣ ਤਿਲ ਸਾਲ। ਲੇਕਿਨ ਇਹਨਾਂ ਨੂੰ ਅੰਤ ਸਮੇਂ ਜਮ ਕੱਢ ਕੇ ਲੈ ਜਾਂਦੇ ਹਨ, ਜਮ ਪਕੜ ਕੇ ਲੈ ਕੇ ਜਾਂਦੇ ਹਨ। ਤੇ ਜਿਨ੍ਹਾਂ ਦੇ ਸਿਰ ਤੇ ਪ੍ਰਭੂ ਹੁੰਦਾ ਹੈ, ਉਹ ਲਿਵਦੇ ਰਸਤੇ ਚੱਲਦੇ ਨੇ, ਉਹ ਜਿਉਂਦੇ ਜੀ ਮੁਕਤ ਹੋ ਜਾਂਦੇ, ਸਮਾ ਜਾਂਦੇ ਹਨ। ਉਹਨਾਂ ਦੇ ਜਮ ਨੇੜੇ ਨਹੀਂ ਆਉਂਦੇ। ਸਰੀਰਕ ਮੌਤ ਹੋਣੀ ਹੈ, ਲੇਕਿਨ ਮਨ ਮੁਕਤ ਹੋ ਜਾਂਦਾ ਹੈ, ਪ੍ਰਭੂ ਚ ਸਮਾਉਂਦਾ ਹੈ। ਇਹੋ ਪੰਕਤੀਆਂ ਨੇ।
जिसके सिर ऊपर तू स्वामी, सो दुख कैसा पावै। हे प्रभु, हे स्वामी, जिदे सिर ते तेरा हथ है, जिसदे सिर ते तू आवसता है, सिर ऊपर ठाडा गुर सूरा, नानक ताके कारज पूरा। जिस ते तू आप रखवाला हो जाता है, जिसके सिर ते तू आप हो जाता है, वो फिर दुख किवें पाएगा। दो तरह के, एक सरीरक दुख, एक मन। जिहड़े मन नूं रोग लगे ने वो खत्म हो जाते हैं, मन सुखी हो जाता। दुख ही सरीरक दुख ही मन दे वास्ते दारू है, सरीरक सुख ही मन दे वास्ते रोग है। दुख दारू सुख रोग पै। इस करके समझाउंदे ने भी उन्हां दा मन फिर दुख नहीं पाउंदा, दुख विच भी दुख नहीं मनदा, क्योंकि ओही प्रभु दे विच इकमिक हुंदा है जिहड़ा दुख दे विच भी दुख ना मन्ने, जिसनूं सुख स्नेहा दे नाल बहुता ना डर होवे, जो संसार दे धन दौलत घाटे वादे नूं सम करके चलदा होवे, ओही उस परमेश्वर दे विच एक रूप हुंदा है, जिसनूं आपां पढ़दे हां। नौवें पातशाह जी दी बाणी है, जो नर दुख में दुख नहीं मानै, सुख स्नेह हर पै नहीं जाकै, कंचन माटी मानै। न सुख न स्नेह न भय, कंचन मिट्टी बराबर, क्योंकि सब कुछ कूड़ है, मन दे वास्ते सब कुछ ही कूड़ है। न निंदा न उस्तत जाक है, न किसी की निंदा न किसी की उस्तत। लोभ मोह अभिमाना, न लोभ न मोह न अहंकार, हर सोग ते रहे न्यारा, खुशी गमी तो न्यारा। ना है मान अपमान, ना मान अपमान का कोई फर्क रखता होवे। उस्तुत निंदा दो त्यागे जगते रहे निराशा, काम क्रोध जे परसे नाही ते घट ब्रह्म निवासा। उस्तुत निंदा दो त्यागदा ते निराशा, निराशा का मतलब होंदा है जो प्रभु ने बख्शिश कर देता उसे दे विच खुश रहना। काम क्रोध नहीं परसदा मन, इस तो निर्लिप रहता है, उस घट दे विच ब्रह्म का निवास हो जाता है। ये सारी विधि कित्थों आउंदी है? गुर तो। गुर कृपा जे नरको कीनी, तेह जुगत पछानी, नानक लीन पयो गोबिंद स्यों, ज्यों पानी संग पानी। इदां एकमिक हो जाता है। इस करके सानू समझाउंदे ने भी जिहदे सिर ते तू आप है, वो फिर दुख कैसा पा सकता है, क्योंकि मन दे दुख खत्म हो जाते हैं। बोल न जाने माया मद माता, मरना चीत न आवे। हुण उसनूं ना तां मरन दा डर है, ना उसनूं कोई हंकार है, ना माया दा नशा है। वो बोल भी नहीं बोलदा जिहड़ा जीव धन दौलत दे नशे दे विच जां होर जोबन दे नशे दे विच जां विज्ञान दा नशे बहुत सारे ने, क्योंकि आपां जीवन नूं लगदा है कि नशा जो शरीर करते हैं आप ही नशा है। इस तो भी बड़े भयानक नशे हैं जिहड़े सदा ही जीव नूं धन दौलत दा नशा, संसारक बड़ियाइयां दा नशा, किसी अहुदे दा नशा, इदां ही जोबन दा नशा, बहुत तरह के नशे हैं जिहड़ा मन नूं चढ़े रहंदे ने। फिर उस हंकार दे विच ही बोलदा है। पर जिहड़े प्रभु जिन्हां दे सिर ते आप हो जाता है, वो ऐसा बोल नहीं जानते, ऐसा बोल नहीं बोलते, ते ना उन्हां नूं मरन दा डर है, क्योंकि जीवन मुक्त हो जाते हैं। प्रभु दा ज्ञान हो जाता, मिलाप हो जाता है। जो तेरे रंग राते स्वामी, तिनका जन्म मरण दुख नासा। हे प्रभु, जिहड़े तेरे रंग दे विच रते जाते हैं, उन्हां दा जिहड़ा जन्म मरण दा दुख वो खत्म हो जाता है, क्योंकि जीवन मुक्त हो जाते हैं। तेरी बख्श न मेटा कोई, सतगुर का दिलासा।
ਜਦੋਂ ਤੂੰ ਕਿਸੇ ਨੂੰ ਆਪਣੀ ਬਖਸ਼ਿਸ਼ ਕਰ ਦਿੰਦਾ ਹੈ, ਤੂੰ ਦਿਲਾਸਾ ਦੇ ਦਿੰਦਾ ਹੈ, ਜਿਸ ਨੂੰ ਤੂੰ ਆਪਣਾ ਬਣਾ ਲੈਂਦਾ ਹੈ, ਤੇਰੀ ਦਿੱਤੀ ਹੋਈ, ਤੇਰੀ ਕੀਤੀ ਹੋਈ ਬਖਸ਼ਿਸ਼ ਨੂੰ ਕੋਈ ਵੀ ਮੇਟ ਨਹੀਂ ਸਕਦਾ। ਨਾ ਕੋਈ ਸਾਡੇ ਤੇ ਬਖਸ਼ਿਸ਼ ਕਰ ਸਕਦਾ ਇਨਸਾਨ, ਤੇ ਨਾ ਪ੍ਰਭੂ ਦੀ ਕੀਤੀ ਬਖਸ਼ਿਸ਼ ਨੂੰ ਕੋਈ ਮੇਟ ਸਕਦਾ ਹੈ। ਇਸ ਕਰਕੇ ਉਸ ਦੀ ਬਖਸ਼ਿਸ਼, ਜਿਹਨਾਂ ਨੂੰ ਬਖਸ਼ਿਸ਼ ਕਰ ਦਿੰਦਾ ਹੈ, ਜਿਨ੍ਹਾਂ ਨੂੰ ਆਪਣੇ ਰੰਗ ਵਿੱਚ ਰਤ ਲੈਂਦਾ ਹੈ, ਉਹਨਾਂ ਦਾ ਜਨਮ ਮਰਨ ਖਤਮ ਹੋ ਜਾਂਦਾ ਹੈ, ਤੇ ਉਹ ਪ੍ਰਭੂ ਦੀ ਦਿੱਤੀ ਬਖਸ਼ਿਸ਼ ਹੈ, ਉਸ ਨੂੰ ਕੋਈ ਵੀ ਮੇਟ ਨਹੀਂ ਸਕਦਾ। ਨਾਮ ਧਿਆਨ ਸੁਖ ਫਲ ਪਾਇਨ, 8 ਪਹਿਰ ਆਰਾਧੇ। ਉਹ ਜੀਵ ਕੀ ਕਰਦੇ ਨੇ? ਨਾਮ ਨੂੰ ਧਿਆਉਂਦੇ ਹਨ, ਸੁੱਖਾਂ ਦੇ ਫਲ ਨੂੰ ਪ੍ਰਾਪਤ ਕਰਦੇ ਨੇ, ਮਨ ਦੇ ਸੁਖ। 8 ਪਹਿਰ ਪਰਮੇਸ਼ਰ ਨੂੰ ਆਰਾਧਦੇ ਹਨ। 8 ਪਹਿਰ ਆਰਾਧੇ। ਤੇਰੀ ਸਰਨ ਤੇਰੇ ਪ੍ਰਵਾਸ, 5 ਦੁਸ਼ਟ ਲੈ ਸਾਧੇ। ਉਸ ਪ੍ਰਭੂ ਦੀ ਸ਼ਰਨ ਦੇ ਵਿੱਚ ਪੈ ਕੇ, ਉਸ ਦੇ ਆਸਰੇ ਨਾਲ, ਉਸ ਦੇ ਪ੍ਰਵਾਸੇ ਦੇ ਨਾਲ, 5 ਹੀ ਜਿਹੜੇ ਦੁਸ਼ਟ ਨੇ, ਜਿਹੜੇ ਸਾਨੂੰ ਜਨਮ ਮਰਨ ਦੇ ਵਿੱਚ ਲੈ ਜਾਂਦੇ ਨੇ, ਉਹਨਾਂ ਨੂੰ ਸਾਧ ਲੈਂਦੇ ਹਨ। ਜਾਂ ਜਿਹੜੀਆਂ ਸਾਡੀਆਂ ਗਿਆਨ ਇੰਦਰੀਆਂ ਹਨ, ਇਹਨਾਂ ਨੂੰ ਸਾਧ ਲੈਂਦੇ ਹਨ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਮਝਾਉਂਦੇ ਨੇ ਕਿ ਪਹਿਲਾਂ ਸਾਨੂੰ ਇਹ ਗਿਆਨ ਨਹੀਂ ਸੀ, ਨਾ ਗਿਆਨ ਸੀ ਤੇ ਨਾ ਧਿਆਨ ਸੀ, ਨਾ ਸਾਨੂੰ ਇਹ ਪਤਾ ਸੀ ਕਿ ਅਸੀਂ ਆਏ ਕੀ ਕਰਨਾ ਹਾਂ। ਹੇ ਪ੍ਰਭੂ, ਨਾ ਤੇਰੀ ਸਾਨੂੰ ਸਾਰ ਸੀ, ਕਿਉਂਕਿ ਗਿਆਨ ਵੀ ਅਸੀਂ ਜੇ ਪੜ੍ਹਦੇ 3 ਗੁਣਾ 'ਚ ਪੜ੍ਹਦੇ ਹਾਂ। ਧਿਆਨ ਦਾ ਭੇਤ ਹੀ ਨਹੀਂ। ਜੇ ਧਿਆਨ ਕਰਦਾ ਹੈ ਜੀਵ, ਅੱਖਾਂ ਮੀਚ ਕੇ ਬੈਠ ਜਾਂਦਾ ਹੈ ਤੇ ਮੁੱਖੋਂ ਬੋਲੀ ਜਾਂਦਾ, ਕੰਨਾਂ ਨਾਲ ਸੁਣੀ ਜਾਂਦਾ ਹੈ, ਲੇਕਿਨ ਜੋ ਸਰਵਵਿਆਪੀ ਪਰਮੇਸ਼ਰ ਉਸ ਨੂੰ ਦੇਖਦਾ ਨਹੀਂ ਹੈ। ਇਸ ਕਰਕੇ ਜੀਵਾਂ ਨੂੰ ਜਦੋਂ ਗਿਆਨ ਨਹੀਂ, ਪਰ ਜਿਹੜਾ ਇਹ ਸਮਝਦਾ ਕਿ ਮੈਨੂੰ ਕੋਈ ਗਿਆਨ ਨਹੀਂ ਸੀ ਪਹਿਲਾਂ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਫਿਰ ਉਹ ਸਭ ਤੇ ਵੱਡਾ ਜਿਹੜਾ ਸਤਿਗੁਰ ਹੈ, ਜੋ ਸੰਸਾਰ ਦੇ ਵਿੱਚ ਨਾਨਕ ਦੇ ਰੂਪ ਦੇ ਵਿੱਚ ਪ੍ਰਗਟ ਹੋਇਆ, ਪਹਿਲਾਂ ਵੀ ਪ੍ਰਗਟ ਹੋਇਆ, ਕਿਤੇ ਰਾਮ ਜੀ ਦੇ ਰੂਪ 'ਚ ਪ੍ਰਗਟ ਹੋਇਆ, ਕਿਤੇ ਕ੍ਰਿਸ਼ਨ ਜੀ ਦੇ ਰੂਪ 'ਚ ਪ੍ਰਗਟ ਹੋਇਆ, ਤੇ ਹੋਰ ਵੀ ਜੋ ਵੀ ਇੱਥੇ ਆਏ ਪ੍ਰਭੂ ਦੇ ਪਿਆਰੇ, ਪਰਮੇਸ਼ਰ ਦੇ ਪਿਆਰੇ, ਉਹਨਾਂ ਸਾਰਿਆਂ ਦੇ ਹਿਰਦੇ 'ਚ ਆਪ ਪ੍ਰਗਟ ਹੋਇਆ ਹੈ। ਕੋਈ ਸਭ ਤੋਂ ਵੱਡਾ, ਉਹ ਵਿਨਾਸੀ ਹੈ। ਇੱਥੇ ਜੀਵ ਆਉਂਦਾ ਹੈ, ਕੁਛ ਸਮਾਂ ਰਹਿ ਕੇ, ਕੁਛ ਗਿਆਨ ਬਖਸ਼ਿਸ਼ ਕਰਕੇ ਚਲੇ ਜਾਂਦਾ ਹੈ, ਲੇਕਿਨ ਸਤਿਗੁਰ ਜਿਹੜਾ ਹੈ ਸਦਾ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਿਨਾਸੀ ਪੁਰਖ ਹੈ, ਸਾਹਮਣੇ ਰਿਹਾ ਸਮਾਏ। ਉਹ ਅਬਿਨਾਸੀ ਹੈ, ਗੁਪਤ ਹੈ, ਜਿਸ ਤੇ ਖੁਸ਼ ਹੁੰਦਾ ਉਸ ਨੂੰ ਪ੍ਰਗਟ ਹੁੰਦਾ ਹੈ। ਆਓ ਅਗਲਾ ਸ਼ਬਦ, ਸੂਹੀ ਮਹੱਲਾ 5ਵਾਂ। ਸੂਹੀ ਰਾਗ ਦੇ ਵਿੱਚ ਮਹੱਲੇ 5ਵੇਂ ਦਾ ਸ਼ਬਦ। ਰਹੋ ਪੰਕਤੀਆਂ ਨੇ। ਮੇਰੇ ਰਾਮ ਜੀ ਤੂੰ ਪ੍ਰਭ ਅੰਤਰਜਾਮੀ। हे मेरे राम जी, हे मेरे स्वामी जी, हे मेरे प्रभु जी, हे प्रभु तू अंतर्जामी है। कर कृपा गुरुदेव दयाला, गुण गावा नित स्वामी। क्योंकि अंतर्जामी है, वो लोग जानदा है कि साडे अंदर किहो जी इच्छा है, क्योंकि इच्छा पूरक है। ਇੱਛਾ ਕਿਉਂ ਜੀ ਹੈ, ਉਹ ਜਾਣਦਾ ਹੈ। ਇਸ ਕਰਕੇ ਜਿਨ੍ਹਾਂ ਦੇ ਅੰਦਰ ਪ੍ਰਭੂ ਦੇ ਸਿਫਤ ਸਲਾਹ ਦੀ ਇੱਛਾ ਹੈ, ਉਹਨਾਂ ਤੇ ਫਿਰ ਕਿਰਪਾ ਕਰਦਾ ਹੈ। ਕਰ ਕਿਰਪਾ ਗੁਰਦੇਵ ਦਇਆਲਾ, ਗੁਣ ਗਾਵਾ ਨਿਤ ਸੁਆਮੀ। ਉਹ ਪ੍ਰਭੂ ਫਿਰ ਗੁਰਦੇਵ, ਉਹ ਦਿਆਲੂ ਕਿਰਪਾ ਕਰਦਾ ਹੈ। ਫਿਰ ਉਸ ਪ੍ਰਭੂ ਦੇ, ਪਰਮੇਸ਼ਰ ਦੇ, ਸੁਆਮੀ ਦੇ ਗੁਣ ਗਾਉਂਦਾ ਹੈ, ਕਿਉਂਕਿ ਉਹ ਅੰਤਰਜਾਮੀ ਹੈ। वो कट कट के अंतर की जानता है। रहो पंक्तियां ने।
सगल त्याग गुर सरनी आया राखो राखण हारे। हुण जदों जीव प्रभु की शरण च जांदा है, गुर की शरण विच जांदा है, पर जांदा किवें है? सब छड्ड के, अपनी मत छड्ड के, अपना अहंकार छड्ड के, अपना ज्ञान छड्ड के, मन सब कुछ छड्ड के प्रभु गुर की शरण च जांदा है। ते गुर प्रभु की शरण च लै जांदा है। ते फिर उत्थे बेनती मन दे विच इह हुंदी कि हे प्रभु तुसीं रखणहार हो, रखो साडी, असीं तेरी शरण दे विच आए हाँ, पर आए सब कुछ छड्ड के हाँ, अपनी मत छड्ड के आए हाँ। जित तू लावै तित हम लाग है, क्या एह जंत विचारे। हे प्रभु जित तू लावेगा उवें ही लगांगे, क्योंकि मेरे अपने बस नहीं, साडे अपने ये जनता दे अपने बस नहीं है। अस तो तेरी शरण च आ गए हाँ, अपनी मत छड्ड के आए हाँ, जिवें तू लाएगा उवें लगते हाँ। साडे अपने बस नहीं है कि असीं तेरे मार्ग ते चल सकीए। आठ पहर प्रभु अपना ध्याइए, गुर प्रसाद पौ तरीए। गुर दी किरपा दे नाल ते मन दे विच प्रभु दे पै दे द्वारा इस संसार सागर नूं तरिया जांदा है। अठे पहर उस प्रभु नूं अपने नूं ध्याया जांदा है गुर दी किरपा दे नाल। जदों गुर दी शरण जांदे हां, गुर किरपा करदा है, शरण गया प्रगट हो जाता है, नाम प्रगट हो जाता है, नाम नूं ध्याउंदा है जीव, ते फिर हरि प्रगट हो जाता है। इदां जदों पर इसदे वास्ते जिहड़ा डर है, भै है, वो बहुत जरूरी है। किसी जीव का नहीं, मौत का नहीं, गुर दा, परमेश्वर दा। बस जदों उस नूं पाओ, उसदे भै दे विच आ गए, उस नूं ध्याउणा शुरू कर दिता, ते फिर साडे जिहड़े डर ने वो खत्म हो जाते हैं। जे निरभौ जिन हर निरभौ ध्याया जी, तिन का पौ सब गवासी। आप त्याग होइए सब रेना, जीव त्याग मरिए। आपा त्याग देना, आपा छड्ड देना, अपनी मत छड्ड देनी, अपना ज्ञान छड्ड देना, ते गुर दी मत नाल चलांगे, मन दा आपा खत्म हो जाता है, मन प्रकाश हो जाता है। ते जदों प्रकाश हो जाता है, उसे नूं कहंदे जीवत मरना। अस्थूल तो प्रकाश हो जाता है, पर ताई हुंदा है जे असीं सारियां दी अपने आप नूं चरनां दी धूड़ मनदे हां, अपने आप नूं निमाणा मनदे हां। निमाणा मनना कोई ये नहीं कि मन दे विच सोच कर लेना, निमाणा है कि अपनी दृष्टि नूं नीमा रखदे हां, अपनी दृष्टि दूजे दे चरनां च ले जांदे हां। क्योंकि दिखावा हुंदा कि आपां किसी दे पैरी हत्थ भी लाउंदे, इस करके लाउंदे कि दूजे देखणगे भी हाँ मैं पैरी हत्थ लाया, सत्कार देंदा हाँ, चाहे अंदर अहंकारी हुंदा होवे। लेकिन परमेश्वर दे मार्ग दे उत्ते ऐसा सब कुछ नहीं चलता कि असी अंदरों कुछ होर होइए ते बाहरों कुछ होर होइए, क्योंकि वो अंतरजामी है। उत्थे वही चलता जिन्हां दी अंदरों मुहब्बत है। दिलों मुहब्बत जिन सही सचिया, जिन मन होर मुख होर से काडे कचिया। इदा फिर प्रकाश रूप हो जाता, इसनूं कहंदे जीवत मरना। आप त्याग होइए सब रेना, जीवत इहो मरिए। इदा जीवत मरिया जाता है। एक शब्द आप बहुत बार विचारते हाँ, जिहड़ा गुरु नानक साहब महाराज जी का है कि किमें आपां जो गुर प्रसादी आपो चीने, जीवते इव मरिए। बेदना जीवते मरिया जाता गुर दे ज्ञान द्वारा अपने आप नूं पहचानना, अपने आप नूं चिन्हना। इत्थे है सारियां दी रहना, पर आपा छड्ड के, आपा त्याग के, आपा खत्म कर हो जाता है, ते मन प्रकाश हो जाता है, तो उसनूं जीवत मरना क्या है।
सफल जन्म तिस का जग भीतर साध संग नौ जापै। कहते उन्हां दा जन्म ही सफल है इस संसार दे विच, ਜਿਹੜੇ ਸਾਧ ਸੰਗ ਜਾ ਕੇ ਸਾਧੂ ਦੀ ਸੰਗ ਕਰਕੇ ਨੌ ਨੂੰ ਨਾਮ ਜਾਪੇ। ਨੌ ਜਾਪੇ ਜਾਪਣਾ ਹੁੰਦਾ ਹੈ ਦੇਖਣਾ। ਸਾਧੂ ਦੱਸਦੇ ਨੇ ਕਿਵੇਂ ਆਪਾਂ ਦੇਖਣਾ ਹੈ, ਕਿਵੇਂ ਨਾਮ ਨੂੰ ਪਹਿਚਾਨਣਾ ਹੈ। ਉਹ ਜੁਗਤ ਉਹ ਵਿਦ ਸਿੱਖਦੇ ਹਾਂ, ਫਿਰ ਨਾਮ ਨੂੰ ਪਹਿਚਾਨਣਾ ਦੇਖਦੇ ਹਾਂ। ਜਾਪਣਾ ਹੈ ਦੇਖਣਾ, ਇੱਕ ਜਪਣਾ ਹੈ ਇੱਕ ਜਾਪਣਾ ਹੈ। ਜਿਵੇਂ ਜਪ ਸਾਹਿਬ ਜਪ ਜੀ ਤੇ ਜਾਪ ਸਾਹਿਬ। सगल मनोरथ तिसके पूर्ण जिस दया करे प्रभु आपे। फिर जिस ते आप प्रभु दया करता है वही साध संगत जाता है, उस दे फिर मनोरथ पूरे होंदे ने। मनसा धार जो करते आवे, साध संग जन्म मरण मिटावे। सगल मनोरथ पूरे होवे, भेट तो गुर दरसाया जीव। ऐदा गुर दा ज्ञान लैके जिहड़ा जीव मनसा धार के आउंदा है, पर मनसा केड़ी होवे? प्रभु मिलाप दी, मुक्ति दी। उन्हां दा मनोरथ फिर पूरा होंदा है। इस करके समझाया सतगुरु ने कि उसने फिर जिसते आप प्रभु दया करता, कृपा करता है, फिर साधु जनां दा संग बख्शिश करता है, फिर उसके मनोरथ पूरे होंदे ने, मन दे मनोरथ पूरे होंदे ने। दीन दयाल कृपाल प्रभु स्वामी तेरी शरण दयाला। हे दीन दयाल परमेश्वर कृपा दे सागर, हे प्रभु हे स्वामी तेरी शरण दे विच आए हाँ। कर कृपा अपना नाम दीजै, नानक सादर वाला। हे प्रभु कृपा करके नाम अपने नाम दी बख्शिश करो। ते नाम दी बख्शिश है कि साधु नानक सादर वाला। जिस साधु जना दे वचना दी तूड़ी है, जो साधु जना दा उपदेश है, उस उपदेश नू मनना। क्योंकि उत्थों ही सानू नाम दा भेद आउंदा है, उत्थों ही सानू आपे दा भेद आउंदा है। नहीं तो असीं अखरां दे विच ही नाम जपते रहंदे हां। जो नाम, क्योंकि नाम पहला पैदा होया, नाम द्वारा सृष्टि पैदा हुई, फिर ये भाषावां आईयां, फिर ये सारा होया है, धर्म ग्रंथ आए। लेकिन पहला परमेश्वर ने अपने तो नाम पैदा करके सृष्टि नूं साजिया है। इस करके परमेश्वर भी प्रकाश ते नाम भी प्रकाश है। साधु दे बचन द्वारा फिर सानू उस नाम दा भेद आउंदा है। फिर उस जिन्हां ते दया करदा है, उन्हां तो फिर अपना नाम जपाउंदा है। आओ हुण आपां अभ्यास करिए, समझिए किवें आपां उस प्रभु की खुशी लैनी है, किवें आपां उसकी दया दे पात्र बनना है, किवें वो खुश होंदा है। क्योंकि जब खुश होंदा है फिर ही बुझाउंदा है। जिन्नी देर खुश नहीं है, प्रसन्न नहीं होंदा, बुझाउंदा नहीं। उसका रूप नहीं है, रेख नहीं है, रंग नहीं है, चक्कर नहीं, चेन नहीं, बर नहीं, जात नहीं, पात नहीं। त्रै गुणा दे तो निर्लेप है, त्रै गुणा तो भिन्न है। रूप न रेख न रंग किश त्रिगुण ते प्रभ भिन्न, तिसै बजाय नानका जिस होवे सुप्रसन्न। उन्होंने बुझा देंदा है जिस ते खुश होंदा है। किवें खुश होंदा है? साध संग नानक प्रभु सुप्रसन्न। साधु जनों दा संग करन दे नाल प्रभु खुश होंदा है, क्योंकि उत्थे आप ही अपना ज्ञान करवाउंदा है, आप ही सरदा ला देंदा है, आप ही मना लेंदा है, ते आप ही साडे अंदर पौ पैदा कर देंदा है, प्यार पैदा कर देंदा है, बैराग पैदा कर देंदा है। सो की करना है? आप बिल्कुल सरल है इस मार्ग ते चलना। बस एक तो सब तो पहला अपनी मत चलनी होंदी है, क्योंकि जो मार्ग ते आपां चलदे हां
कि आम जीव नूं सुन के इदां लगेगा कि ये एक मूर्खां दा टोला है। कहंदे भी हन, आपां नूं नहीं कहंदे, पहलां तो कहते आए हन, क्योंकि अपना ज्ञान हुंदा है। पर जदों जीव अपनी मत छड्ड के ये करदा है, फिर उसनूं ये सारा भेद आउंदा है, फिर ज्ञान हुंदा है। फिर असीं वो बन जांदे हां जिहड़ा आपां कदे सोचिया भी नहीं हुंदा। परमेश्वर सानूं चीज़ां नूं चीज़ बना दिंदा है। इस करके वो परमेश्वर है, वो बेअंत है, किसी नूं कुछ भी बना सकता है। निमाणिਆਂ ਨੂੰ ਮਨ ਦਿੰਦਾ ਹੈ। प्रभ जी तू निमाणिਆਂ तू मान, निचीजियां चीज करे मेरा गोविंद, तेरी कुदरत को कुर्बान। हर जियो निमाणिਆਂ तू मान, निचीजियां चीज करे मेरा गोविंद, तेरी कुदरत को कुर्बान। आओ आपां की करना है, जिहड़ी साडी दृष्टि दो दृष्टि हो के ते साडा ध्यान मार्ग जिहड़ा आपां हंकार दे विच चलदे हां, साडा ध्यान मन हंकार दे विच विचरदा है, उस मन नूं निभना सिखाउणा है। अपनी दृष्टि, क्योंकि मन साडा नेत्रां द्वारा चलदा है, अपनी दृष्टि नूं इधरों रोक के इस पासे नूं लैके चलना है। अपनी दृष्टि इस पॉइंट ते आप फोकस करनी, सब तो पहला इत्थे देखना है, इत्थे टिकाउणा है। इत्थे टिकाउण दे नाल ही सानू ज्ञान दी शुरुआत हो जाती है। जे आपां ये करना शुरू कर देवांगे, इत्थे ध्यान टिका के देखना हुंदा है कि नक नज़र आउंदा है कि नहीं, क्योंकि इत्थों सानू एक दृष्टि ते दो दृष्टि की पहचान होंदी है। जेकर इत्थे देखण दे नाल आपां नूं नक नज़र आउंदा है, साडा ध्यान दो दृष्टि दे विच है। जे नक नज़र नहीं आउंदा, फिर एक दृष्टि हाँ। जे नक दिसदा है, फिर आपां देखना हुंदा भी किस पासे तो दिसदा है। फिर सानू त्रै गुणां दा भेद आएगा कि साडा मन किस पासे ज़्यादा विचरदा है। जे ध्यान सज्जे होएगा, सानू अपना नक सज्जे पासे दिसेगा, इहदा तम गुण है। जे ध्यान खब्बे होएगा साडा, सानू अपना नक खब्बे पासे नजर आएगा, इस पासे रजो गुण है। जे साडा ध्यान विचाले होएगा, दोनों पासों सानू अपना नक नजर आएगा, इत्थे रजो गुण है। सतो गुण है। ते जे नक नजर नहीं आउंदा, एक दृष्ट हाँ, ये देवलोक है। ते जदों आपां गुरद्वारा ध्याना शुरू करांगे, फिर ये नक प्रकाश हो जाएगा, अपनी जोत प्रगट हो जाएगी, फिर सानू अपने मुख ते प्रकाश शुरू होएगा। फिर आपां अपना मन संत बन जाता है। संत पद है, साधु पद है, बहुत सारिया पदवियां ने। ज्यों ज्यों आपां करते जावांगे, वो अपने वस नहीं, सारिया परमेश्वर ने देनियां है। आपां शब्द नूं कमाउणा है, जुगत नूं कमाउणा है। सो आओ हुण आपां की करांगे, जेकर कोई नवा जीव समझण की कोशिश करनी है, मेरे वाल देख के पहला फिर करांगे। पहला इस पॉइंट से देखांगे, ये देखांगे कि नक दिसदा या नहीं दिसदा। जे दिसदा किस पासे तो दिसदा, सज्जे खब्बे या दोनों पासे तो। ये तो फिर मैं आप जी नूं आवाज़ देवांगा कि ध्यान सामने लेके आओ। इत्थों आपां सामने देखांगे। तो फिर मैं आप जी नूं आवाज़ देवांगा कि ध्यान मस्तक के सामने लै जाओ। आप पलकां उत्ते चुक दांगे। फिर जदों कवांगा सामने, फिर सामने देखांगे। फिर जदों कवांगा नक ते सम करके, फिर अपनी दृष्टि इत्थे फोकस करके अपने आप नूं देखांगे। देखना की है, फिर आप देखांगे जे किसी नूं
नक दिसता सी तो दृष्टि दे विच सी, सज्जे खब्बे जां किसी पासे भी जां दोनों पासों। फिर आके देखना है कि हुण नक दिसणों हट गया। जे आपां इन्ना क अभ्यास विश्वास दे नाल करांगे, आके देखांगे सानू अपना नक नहीं नजर आएगा। क्यों नहीं नजर आएगा? क्योंकि असीं एक दृष्ट हो जाएंगे। फिर आपां ध्यान दा मार्ग है, पहला नीचे दा अभ्यास है, फिर ज्यों ज्यों समा होएगा आपां अभ्यास करांगे। आओ सब तो पहला अपनी दृष्टि नूं सम करके देखिए कि साडा ध्यान किवें है। असीं एक दृष्ट हाँ कि दो दृष्ट हाँ? नक दिसदा है जां नहीं दिसदा? जे दिसदा किस पासेओं दिसदा, सज्जे खब्बे जां दोनों पासे? तो आओ करिए। सामने लेके आइए ध्यान, सामने देखिए। मस्तक दे सामने लीजिए, पलकों ते झुकाओ। फिर सामने लेके आइए ध्यान, सामने देखिए। फिर नक ते सम करके देखिए अपने आप को। दृष्टि नक ते फोकस करके देखिए कि हुण नक दिसणों हट गया। जी किसी नक दिसदा सी, ये कोई नवां जी? क्योंकि जो रोज दे करने वाले ने वो अपने प्रकाश जोत नूं देखदे ने, अपने रूप नूं देखदे हन। पर जे कोई नवां जीव किसी नक दिसदा सी, उसने हुण देखना है कि नक दिसणों हट गया। क्योंकि जदों एक दृष्ट हो गए, नक नहीं दिसेगा। जे दिसेगा इस पासे एक परछाई जी हल्का जिहा सानू नजर आएगा। क्योंकि इस पासे निर्मल होके साडी जोत ने प्रगट होना है। इस पासे सानू पहला अपनी जिहड़ी सुखमना है उसकी पहचान होनी है। नीचे लीजिए ध्यान, बिल्कुल रिलैक्स। नीचे जो भी कपड़ा वगैरह विछे उस तो थोड़ा ऊपर आपां देखने की कोशिश करांगे। जो फर्श है, फर्श तो थोड़ा ऊपर देखने की कोशिश करांगे तो इत्थे सानू प्रकाश अनुभव होना शुरू हो जाएगा। जिवें पानी दी लहरां, एक हलचल सानू अनुभव होनी शुरू होएगी। और फिर दृष्टि सम करके अपने आप को देखिए। नक ते ध्यान लगा के देखिए अपने आप को।
फिर नीचे ले जाइए ध्यान। फिर दृष्टि सम करके देखिए अपने आप को। फिर नीचे ले जाइए ध्यान। ध्यान सामने लेके आइए, सामने देखिए।
मस्तक दे सामने लै जाइए ध्यान, पलकों तो जो फिर सामने लेके आइए ध्यान। नीचे ले जाइए ध्यान। और सम करके देखिए अपने आप, दृष्टि सम करके अपने आप देखिए। वाहिगुरु जी का खालसा, वाहिगुरु जी की फतेह। सो गुरमुख प्यारिओ, इदा ये जुगत है, ये बचन ने
ਜੇ ਇਸ ਤਰੀਕੇ ਨਾਲ ਆਪਾਂ ਧਿਆਉਣਾ ਸ਼ੁਰੂ ਕਰਾਂਗੇ, ਇਹਨਾਂ ਬਚਨਾਂ ਨੂੰ ਹਿਰਦੇ 'ਚ ਵਸਾ ਕੇ ਅਭਿਆਸ ਕਰਨਾ ਸ਼ੁਰੂ ਕਰਾਂਗੇ, ਤੇ ਫਿਰ ਸਾਡਾ ਵੀ ਮਨ ਆਪਾ ਖਤਮ ਹੋ ਜਾਏਗਾ। ਪਰ ਅਸੀਂ ਆਪਣੇ ਆਪ ਨੂੰ बुरे ही समझांगे, हम नहीं चंगे बुरा नहीं कोई, अपने तो सब नू चंगे ही समझांगे। फिर ही प्रभु सानू उत्तम बना देंदा है, साडी मत भी उत्तम कर देंदा है, सानू पत भी बख्शिश कर देंदा है, सानू आपा दी पहचान करवा देंदा है। मत पत पूरी पूरा परवाना, ना आवे ना जासी, नानक गुरमुख आप पछाणे, प्रभ जैसे अविनाशी। सो प्यारिओ, इन्नी क विचार करते हाँ, बहुत सारिया भुलां हो जांदियां हन। आप संगत सतगुरु जी बख्शण योग हो बख्श लेना जी। ते आपां हुण जिहड़ा समा है 7:30 तो 8:30 करिया करांगे अभ्यास। कल नूं बाहर जाना है, 2 दिन बाहर हाँ। समय दे नाल जे होया ते लाइव तां नहीं, फिर कोई गुरमुख क्लास लाएगा। ते 7:30 तो आपां 8:30 दा हुण आपां अभ्यास शुरू करांगे। थोड़ा लेट हो जाते हैं क्योंकि दिन छोटे हो गए, रातां वड्डियां ने। हुण आपां 7:30 तो 8:30 शाम का समा जिहड़ा है वो रखांगे। तो जो सवेर का समा जो गुरमुखा ने बदलना होएगा, कुछ लेट करना होएगा, वो भी आप जी नूं दस देणगे, क्योंकि वो भी समा बदल सकते हैं। सो इन्नी विचार करदे होइयां भुलां चूकां दी क्षमा करनी जी। वाहिगुरू जी का खालसा, वाहिगुरू जी की फतेह।